ਦੂਸਰੇ ਗਰੁੱਪ ਵਿੱਚ ਲਿਖਿਆ ਹੈ। ਇੱਕ ਗੁਰਮੁਖ ਪਿਆਰੇ ਨੇ। ਸਤਿ ਸ੍ਰੀ ਅਕਾਲ ਬਾਬਾ ਜੀ। ਆਪ ਜੀ ਦੀ ਕਿਰਪਾ ਨਾਲ ਆਪ ਜੀ ਨੂੰ ਸੁਣ ਕੇ ਹੀ ਵਿਚਾਰ ਘਟ ਗਏ ਹਨ। ਪਰ ਇੱਕ ਸਮੱਸਿਆ ਹੈ ਕਿ ਹੁਣ ਸਿਹਤ ਵੱਲ ਧਿਆਨ ਚਲੇ ਜਾਂਦਾ ਹੈ, ਕਿਉਂਕਿ ਸਿਹਤ ਠੀਕ ਨਹੀਂ ਰਹਿੰਦੀ। ਆਪ ਜੀ ਕਿਰਪਾ ਕਰੋ। ਜਿਵੇਂ ਕੱਲ੍ਹ ਸੰਸਾਰ ਵੱਲੋਂ ਧਿਆਨ ਹਟਾਉਣਾ ਹੈ, ਇਹ ਕਿਹਾ ਜਾ ਰਿਹਾ ਸੀ, ਉਹ ਪਹਿਲਾ ਕਦਮ ਹੈ। ਦੂਸਰਾ ਕਦਮ ਹੈ ਸਰੀਰ ਵੱਲੋਂ ਧਿਆਨ ਹਟਾਉਣਾ। ਸੰਸਾਰ ਬਾਹਰ ਹੈ, ਸੰਸਾਰ ਤੁਹਾਡੇ ਤੋਂ ਦੂਰ ਹੈ, ਤੁਹਾਡੇ ਤੋਂ ਅਲੱਗਾ ਹੈ। ਪਰ ਸਰੀਰ ਨੂੰ ਤੁਸੀਂ ਆਪਣਾ ਆਪ ਹੀ ਸਮਝਦੇ ਹੋ। ਹੁਣ ਤੁਸੀਂ ਕਹਿੰਦੇ ਵੀ ਹੋ, ਜਦੋਂ ਕੋਈ ਪੁੱਛੇ ਤੁਸੀਂ ਕੌਣ ਹੋ, ਤੇ ਤੁਸੀਂ ਆਪਣੇ ਸਰੀਰ ਦਾ ਹੀ ਪਤਾ ਦਿੰਦੇ ਹੋ ਨਾ। ਸਰੀਰ ਦਾ ਹੀ ਨਾਮ ਰੱਖਿਆ ਹੈ। ਸਰੀਰ ਜਿਹਦੇ ਘਰ ਪੈਦਾ ਹੋਇਆ ਹੈ, ਉਹੋ ਹੀ ਜਾਤ ਗੋਤ ਹੈ, ਉਹੋ ਹੀ ਡਰੈਸ ਹੈ ਜਿੱਥੇ ਸਰੀਰ ਰਹਿ ਰਿਹਾ ਹੈ। ਤੇ ਸਰੀਰ ਨੂੰ ਹੀ ਆਪਣਾ ਆਪ ਸਮਝਦੇ ਹੋ। ਮੈਂ ਇਹ ਹਾਂ। ਤੁਸੀਂ ਸਰੀਰ ਤੋਂ ਕਦੀ ਅਲੱਗਾ ਤੇ ਆਪਣੇ ਆਪ ਨੂੰ ਸਮਝਿਆ ਹੀ ਨਹੀਂ। ਜਦੋਂ ਬਿਮਾਰੀ ਆਉਂਦੀ ਹੈ, ਤੁਸੀਂ ਕਹਿੰਦੇ ਮੈਂ ਬਿਮਾਰ ਹੋ ਗਿਆ। ਸਰੀਰ ਬਿਮਾਰ ਹੋ ਗਿਆ, ਇੱਦਾਂ ਥੋੜ੍ਹੇ ਕਹਿੰਦੇ ਹੋ ਤੁਸੀਂ। ਮੈਂ ਬਿਮਾਰ ਹੋ ਗਿਆ, ਮੇਰੇ ਸਿਰ ਦਰਦ ਹੋ ਰਹੀ ਹੈ। ਤੇ ਸਰੀਰ ਨੂੰ ਹੀ ਆਪਣਾ ਆਪਾ ਸਮਝਦੇ ਹੋ ਤੁਸੀਂ। ਫਿਰ ਦੇਖੋ ਕਮਾਲ ਦੀ ਗੱਲ, ਵੀ ਸਰੀਰ ਤੇ ਤੁਹਾਡੇ ਕੋਲ ਹੈ, ਠੀਕ ਹੈ, ਤੁਸੀਂ ਆਪਣਾ ਆਪਾ ਸਮਝਦੇ ਹੋ ਸਰੀਰ ਨੂੰ। ਸਰੀਰ ਦੁਆਰਾ ਜਿਨ੍ਹਾਂ ਦੇ ਨਾਲ ਜੁੜੇ ਹੋ ਤੁਸੀਂ, ਉਹਨਾਂ ਨਾਲੋਂ ਸੰਬੰਧ ਨਹੀਂ ਟੁੱਟਦਾ ਹੈ। ਉਹਨਾਂ ਦੇ ਦੁੱਖ ਸੁੱਖ ਤੁਸੀਂ ਮਹਿਸੂਸ ਕਰਦੇ ਹੋ ਸਰੀਰ 'ਤੇ। ਉਹ ਤਾਂ ਸਰੀਰ ਤੋਂ ਦੂਰ ਹਨ। ਜਿਨ੍ਹਾਂ ਨਾਲ ਮੋਹ ਹੈ, ਅਗਰ ਉਹ ਕੋਈ ਦੁਖੀ ਹੈ, ਤੁਹਾਨੂੰ ਦੁੱਖ ਲੱਗਦਾ ਹੈ। ਤੇ ਬਾਹਰ ਜਿਨ੍ਹਾਂ ਨਾਲ ਜੁੜੇ ਹੋ, ਉਹਨਾਂ ਦੀ ਖੁਸ਼ੀ ਗਮੀ ਦੁੱਖ ਸੁੱਖ ਤੁਸੀਂ ਆਪਣੇ ਸਰੀਰ 'ਤੇ ਹੰਢਾਉਂਦੇ ਹੋ। ਦੇਖੋ, ਤੁਹਾਡਾ ਆਪਣਾ ਬਿਮਾਰ ਹੋਵੇ ਤੇ ਤੁਹਾਨੂੰ ਚੈਨ ਨਹੀਂ ਆਉਂਦਾ, ਟਿਕਾ ਨਹੀਂ ਆਉਂਦਾ। ਤੁਸੀਂ ਪਰੇਸ਼ਾਨ ਹੋ ਜਾਂਦੇ ਹੋ। ਉਹ ਤੇ ਦੂਰ ਹੈ। ਅਗਰ ਤੁਹਾਡੇ ਆਪਣੇ ਨੂੰ ਕੋਈ ਮਾਰ ਰਿਹਾ ਹੋਵੇ ਜਾਂ ਬੇਇੱਜ਼ਤ ਕਰ ਰਿਹਾ ਹੋਵੇ ਤੇ ਤੁਹਾਨੂੰ ਗੁੱਸਾ ਆ ਜਾਂਦਾ, ਨਾਰਾਜ਼, ਤੁਸੀਂ ਮਾਰਨ ਤੱਕ ਜਾਓ। ਉਹ ਤੇ ਦੂਰ ਹੈ। ਤੇ ਸਰੀਰ ਤੇ ਬਹੁਤ ਕੋਲ ਹੈ, ਦੂਰੋਂ ਧਿਆਨ ਨਹੀਂ ਹਟਦਾ ਹੈ। ਸਰੀਰ ਤੋਂ ਬਾਹਰ ਜੁੜੇ ਹੋ ਜਿੱਥੇ ਜਿੱਥੇ ਤੁਸੀਂ, ਜਿਹੜੀਆਂ ਚੀਜ਼ਾਂ ਨਾਲ, ਕੋਠੀਆਂ ਕਾਰਾਂ ਦੇ ਨਾਲ, ਦੇਖੋ ਉਹਨਾਂ ਨਾਲੋਂ ਹਟਾਉਣਾ ਔਖਾ ਹੈ। ਪਰ ਉਹਨਾਂ ਨਾਲੋਂ ਅਗਰ ਹਟ ਜਾਵੇ, ਜਿਵੇਂ ਗੁਰਮੁਖ ਪਿਆਰਾ ਕਹਿ ਰਿਹਾ, ਵਿਚਾਰ ਘਟ ਰਹੇ ਹਨ ਜਾਂ ਘਟ ਗਏ ਹਨ,
ਤੇ ਫਿਰ ਸਰੀਰ ਦਾ ਧਿਆਨ ਆਉਣਾ ਸ਼ੁਰੂ ਹੋ ਜਾਂਦਾ ਹੈ, ਕਿਉਂਕਿ ਸਰੀਰ ਨੂੰ ਤੁਸੀਂ ਆਪਣਾ ਆਪ ਸਮਝਦੇ ਹੋ, ਸਰੀਰ ਦੀ ਹਿਫਾਜ਼ਤ ਕਰਦੇ ਹੋ। ਸਰੀਰ ਦਾ ਹੀ ਜ਼ਿਆਦਾਤਰ ਆਦਮੀ ਖਿਆਲ ਰੱਖਦਾ ਹੈ। ਦਰਅਸਲ ਸਰੀਰ ਹੀ ਵਾਸਤਵਿਕ ਦੇ ਵਿੱਚ ਆਪਣਾ ਆਪ ਹੈ ਤੁਹਾਡਾ, ਇਸ ਤੋਂ ਅਲੱਗਾ ਹੋਣ ਦਾ ਤੁਹਾਨੂੰ ਪਤਾ ਹੀ ਨਹੀਂ। ਤੇ ਜਿੰਨਾ ਚਿਰ ਤੇ ਆਦਮੀ ਹੁੰਦਾ ਹੈ ਜਵਾਨ, ਬੱਚੇ ਨੂੰ ਸਰੀਰ ਦਾ ਬਹੁਤ ਘੱਟ ਬੋਧ ਹੁੰਦਾ ਹੈ। ਜਿਹੜਾ ਬਿਲਕੁਲ ਛੋਟਾ ਬੱਚਾ ਹੁੰਦਾ ਹੈ ਉਹਨੂੰ ਸਰੀਰ ਦਾ ਬੋਧ ਨਹੀਂ ਹੁੰਦਾ ਹੈ ਬਹੁਤ। ਜਿੰਨਾ ਘੱਟ ਸਰੀਰ ਦਾ ਬੋਧ ਹੁੰਦਾ ਹੈ ਉਹਨਾਂ ਦੁੱਖ ਸੁੱਖ ਵੀ ਘੱਟ ਹੁੰਦਾ ਹੈ, ਇਹ ਵੀ ਗੱਲ ਖਿਆਲ ਵਿੱਚ ਰੱਖਣੀ। ਜਿੰਨਾ ਸਰੀਰ ਦਾ ਜ਼ਿਆਦਾ ਬੋਧ ਹੋਵੇਗਾ, ਲਗਾਵ ਹੋਵੇਗਾ, ਓਨਾ ਹੀ ਦੁੱਖ ਸੁੱਖ ਵੀ ਜ਼ਿਆਦਾ ਹੁੰਦਾ ਹੈ ਸਰੀਰ ਦਾ। ਤੇ ਬਚਪਨ 'ਚ ਜ਼ਿਆਦਾ ਪਿੱਛੇ ਚਲੇ ਜਾਈਏ ਤਾਂ ਉਦੋਂ ਤੇ ਹੁੰਦਾ ਨਹੀਂ ਹੈ ਲਗਾਵ ਸਰੀਰ ਦਾ ਬਹੁਤਾ। ਬੱਚੇ ਨੂੰ ਪਤਾ ਹੀ ਨਹੀਂ ਹੈ ਮੇਰਾ ਹੈ ਸਰੀਰ। ਹੌਲੀ ਹੌਲੀ ਬੱਚਾ ਖਿਆਲ ਕਰਦਾ ਹੈ ਵੀ ਮੈਂ ਇਹ ਹਾਂ। ਕਈ ਵਾਰ ਆਮ ਬੱਚੇ ਦੇ ਸਾਹਮਣੇ ਕੋਈ ਆਈਨਾ ਰੱਖ ਦਿਓ, ਸੀਸਾ ਰੱਖ ਦਿਓ ਨਾ, ਬੱਚਾ ਦੇਖ ਕੇ ਤੇ ਪਿਛਲੇ ਪਾਸੇ ਜਾਂਦਾ ਹੈ, ਸ਼ਾਇਦ ਪਿੱਛੇ ਕੋਈ ਬੈਠਾ ਹੋਇਆ ਦਿਖ ਰਿਹਾ ਹੈ ਮੈਨੂੰ। ਉਹਨੂੰ ਖਿਆਲ ਹੀ ਨਹੀਂ ਹੁੰਦਾ ਇਹ ਮੈਂ ਹਾਂ। ਬੱਚੇ ਆਪਣਾ ਹੀ ਅੰਗੂਠਾ ਚੁੰਘਦੇ ਹਨ ਦੂਸਰੀ ਚੀਜ਼ ਸਮਝ ਕੇ, ਅਤੇ ਹੌਲੀ ਹੌਲੀ ਉਹਨੂੰ ਬੋਧ ਹੁੰਦਾ ਹੈ ਆਪਣੇ ਆਪ ਦਾ, ਸਰੀਰ ਦਾ, ਵੀ ਇਹ ਸਰੀਰ ਮੈਂ ਹੈ। ਫਿਰ ਆਲੇ ਦੁਆਲੇ ਸਮਝਾਉਂਦੇ ਵੀ ਇਹੋ ਹੀ ਹਨ। ਮਾਤਾ ਪਿਤਾ ਕਹਿੰਦੇ ਤੂੰ ਬੜਾ ਸੁੰਦਰ ਹੈ, ਤੂੰ ਬੜਾ ਪਿਆਰਾ ਹੈ, ਤੂੰ ਬੜਾ ਚੰਗਾ ਹੈ, ਤੂੰ ਆਪਣੀ ਸਿਹਤ ਦਾ ਖਿਆਲ ਰੱਖਿਆ ਕਰ, ਤੂੰ ਸਰੀਰ ਦਾ ਖਿਆਲ ਰੱਖ, ਕਮਜ਼ੋਰ ਨਾ ਹੋ ਜੀ, ਸਰੀਰ ਨੂੰ ਤਕੜਾ ਬਣਾਉਣਾ ਹੈ, ਬਲਵਾਨ ਬਣਾਉਣਾ ਹੈ, ਮਜ਼ਬੂਤ ਬਣਾਉਣਾ। ਅਤੇ ਬੱਚਾ ਸਰੀਰ ਦਾ ਖਿਆਲ ਕਰਦਾ, ਪਰ ਫਿਰ ਵੀ ਇੰਨਾ ਖਿਆਲ ਨਹੀਂ ਰਹਿੰਦਾ ਹੈ। ਖਿਆਲ ਤਾਂ ਰੱਖਦੇ ਹਨ। ਨੌਜਵਾਨ ਫਿਰ ਜਦੋਂ ਲੱਗ ਜਾਂਦੇ ਹਨ ਧਨ ਕਮਾਉਣ, ਸੰਸਾਰ ਦੇ ਵਿੱਚ ਪ੍ਰਭੁਤਾ ਮਾਣ ਵਡਿਆਈ ਕਮਾਉਣ, ਫਿਰ ਸਰੀਰ ਦਾ ਘੱਟ ਖਿਆਲ ਰੱਖਦੇ ਹਨ। ਖਿਆਲ ਤਾਂ ਰਹਿੰਦਾ ਹੈ ਵੀ ਸਰੀਰ ਵਾਸਤੇ ਹੀ ਸਭ ਕੁਛ ਕਰ ਰਹੇ ਆ, ਪਰ ਫਿਰ ਵੀ ਇੰਨਾ ਨਹੀਂ ਰਹਿੰਦਾ ਹੈ। ਜਦੋਂ ਸਰੀਰ ਬਿਮਾਰ ਹੁੰਦਾ ਹੈ ਉਦੋਂ ਸਰੀਰ ਦਾ ਖਿਆਲ ਆਉਂਦਾ ਹੈ। ਜਿਵੇਂ ਤੁਹਾਨੂੰ ਆਪਣੇ ਸਿਰ ਦਾ ਕਦੇ ਖਿਆਲ ਨਹੀਂ ਆਉਂਦਾ ਹੈ, ਜਦੋਂ ਸਿਰ ਦਰਦ ਹੋਵੇ ਨਾ ਤੇ ਫਿਰ ਪਤਾ ਲੱਗਦਾ ਵੀ ਸਿਰ ਵੀ ਹੈ। ਜਦੋਂ ਸਰੀਰਕ ਪੀੜਾ ਹੋਵੇ ਤੇ ਸਰੀਰ ਦਾ ਪਤਾ ਲੱਗਦਾ, ਸਰੀਰਕ ਬਿਮਾਰੀ ਹੋਵੇ ਤੇ ਸਰੀਰ ਦਾ ਪਤਾ ਲੱਗਦਾ। ਫਿਰ ਜਿੰਨਾ ਜ਼ਿਆਦਾ ਸਰੀਰ ਦਾ ਪਤਾ ਲੱਗਦਾ ਹੈ ਆਦਮੀ ਨੂੰ, ਓਨਾ ਹੀ ਸਰੀਰ ਦੇ ਨਾਲ ਜੁੜਦਾ ਹੈ। ਸਰੀਰਕ ਦੁੱਖ ਸਰੀਰ ਦੇ ਨਾਲ ਜੋੜਦੇ ਹਨ, ਮਾਨਸਿਕ ਦੁੱਖ ਮਨ ਦੇ ਨਾਲ ਜੋੜਦੇ ਹਨ। ਇਹ ਗੱਲ ਖਿਆਲ ਰੱਖਣਾ। ਸਰੀਰਕ ਦੁੱਖ, ਸਰੀਰਕ ਬਿਮਾਰੀ, ਸਰੀਰਕ ਕਸ਼ਟ ਸਰੀਰ ਦੇ ਨਾਲ ਜੋੜਦੇ, ਜੋ ਧਿਆਨ ਸਰੀਰ ਦੇ ਨਾਲ ਜੁੜ ਜਾਂਦਾ ਹੈ। ਮਾਨਸਿਕ ਸਮੱਸਿਆਵਾਂ, ਮਾਨਸਿਕ ਪ੍ਰੋਬਲਮਾਂ, ਮਾਨਸਿਕ ਚਿੰਤਾ ਪਰੇਸ਼ਾਨੀ ਮਨ ਦੇ ਨਾਲ ਜੋੜਦੀ। ਅਤੇ ਜਿਨ੍ਹਾਂ ਨੂੰ ਮਾਨਸਿਕ ਪਰੇਸ਼ਾਨੀ ਹੁੰਦੀ ਉਹ ਮਨ ਦੇ ਨਾਲ ਜ਼ਿਆਦਾ ਜੁੜਦੇ ਹਨ, ਅਤੇ ਜਿਨ੍ਹਾਂ ਨੂੰ ਸਰੀਰਕ ਬਿਮਾਰੀ ਹੈ ਜਾਂ ਬੁਢਾਪੇ ਦੇ ਵਿੱਚ ਕਮਜ਼ੋਰ ਹੋ ਜਾਂਦਾ ਹੈ, ਉਹਨੂੰ ਬਿਮਾਰੀਆਂ ਲੱਗਦੀਆਂ ਜਾਂ ਮੌਤ ਵੀ ਨੇੜੇ ਆਉਣ ਲੱਗ ਜਾਂਦੀ ਹੈ, ਅਤੇ ਸਰੀਰ ਦਾ ਆਦਮੀ ਜ਼ਿਆਦਾ ਧਿਆਨ ਰੱਖਦਾ ਹੈ, ਖਿਆਲ ਰਹਿੰਦਾ ਹੈ, ਬਣਿਆ ਹੀ ਰਹਿੰਦਾ ਹੈ। ਬਹੁਤੇ ਬਜ਼ੁਰਗਾਂ ਨੂੰ ਸਰੀਰ ਦਾ, ਜਵਾਨੀ 'ਚ ਨਹੀਂ ਇੰਨਾ ਬਣਦਾ ਸਰੀਰ ਦਾ ਖਿਆਲ, ਪਰ ਜਿਵੇਂ ਜਿਵੇਂ ਬੁਢਾਪਾ ਆਉਂਦਾ ਹੈ ਅਤੇ ਸਾਰਿਆਂ ਨੂੰ ਵੱਡੀ ਸਮੱਸਿਆ ਇਹੋ ਹੀ ਆਉਂਦੀ ਹੈ ਬੁਢਾਪੇ ਦੇ ਵਿੱਚ, ਵੀ ਆਦਮੀ
ਨੂੰ ਸਰੀਰ ਦਾ ਖਿਆਲ ਆਉਂਦਾ ਹੈ। ਸਰੀਰ ਦੇ ਖਿਆਲ ਆਉਣ ਨਾਲ ਫਿਰ ਮਨ ਪਰੇਸ਼ਾਨ ਰਹਿੰਦਾ ਹੈ, ਕਿਉਂਕਿ ਆਪਣੇ ਲਾਗੇ ਚਲੇ ਗਿਆ, ਉਹ ਮਨ ਦੇ ਕੋਲ ਚਲੇ ਗਿਆ ਤਾਂ ਮਨ 'ਤੇ ਚੱਲ ਰਿਹਾ ਹੈ, ਤਾਂ ਉਹਨੂੰ ਜ਼ਿਆਦਾ ਪਰੇਸ਼ਾਨੀ ਮਹਿਸੂਸ ਹੁੰਦੀ। ਆਦਮੀ ਸੁੱਖ ਦੇ ਵਿੱਚ ਆਪਣੇ ਤੋਂ ਦੂਰ ਹੁੰਦਾ ਹੈ। ਕਿਆ ਹੈ ਨਾ, ਦੁੱਖ ਦਾਰੂ ਸੁੱਖ ਰੋਗ ਪਿਆ। ਖੁਸ਼ ਜਿਹੜਾ ਆਦਮੀ ਹੈ, ਸੁਖੀ ਹੈ ਨਾ, ਉਹ ਤਾਂ ਪਰਵਾਹ ਹੀ ਨਹੀਂ ਕਰਦਾ, ਉਹ ਤਾਂ ਉੱਪਰ ਉਡਾਰੀਆਂ ਲਾਉਂਦਾ ਹੈ, ਦੂਰ ਦੂਰ ਤੱਕ ਧਿਆਨ ਫੈਲ ਜਾਂਦਾ ਹੈ। ਪਰ ਦੁੱਖ ਜਿਹੜਾ ਹੈ ਕੋਲੇ ਲੈ ਕੇ ਆਉਂਦਾ ਹੈ, ਸਰੀਰਕ ਦੁੱਖ। ਇਹੋ ਹੀ ਕਾਰਨ ਹੈ ਕਿ ਪੁਰਾਣੇ ਸਮਿਆਂ ਦੇ ਵਿੱਚ ਜਿਹੜੇ ਸਾਧੂ ਮਹਾਤਮਾ ਤਪੱਸਿਆ ਕਰਿਆ ਕਰਦੇ ਸੀ, ਹੁਣ ਵੀ ਕਰਦੇ ਹਨ ਕਈ। ਸਰੀਰ ਨੂੰ ਕਸ਼ਟ ਦੇਣਾ, ਧੂਣੀਆਂ ਤਾ ਕੇ ਵਿੱਚ ਬਹਿਣਾ, ਵੀ ਆਪਣੇ ਕੋਲ ਰਹੀਏ, ਸਰੀਰ ਦਾ ਬੋਧ ਹੋਵੇਗਾ ਅਤੇ ਸਰੀਰ ਦੇ ਕੋਲ ਧਿਆਨ ਰਹੇਗਾ। ਅਤੇ ਦੁੱਖ ਦੇ ਕੇ ਧਿਆਨ ਨੂੰ ਆਪਣੇ ਸਰੀਰ 'ਤੇ ਲੈ ਕੇ ਆਉਣਾ, ਅਤੇ ਦੁੱਖ ਜਿਹੜਾ ਹੈ ਨਾ ਆਪਣੇ ਕੋਲ ਲੈ ਕੇ ਆਉਂਦਾ ਹੈ। ਇਸੇ ਕਰਕੇ ਆਦਮੀ ਦੁੱਖ ਚਾਹੁੰਦਾ ਨਹੀਂ ਖਿਆਲ ਵਿੱਚ ਰੱਖਣਾ, ਕਿਉਂਕਿ ਜਦੋਂ ਤੁਸੀਂ ਆਪਣੇ ਕੋਲ ਆਉਂਦੇ ਹੋ ਨਾ, ਉਦੋਂ ਪਰੇਸ਼ਾਨੀ ਜ਼ਿਆਦਾ ਮਹਿਸੂਸ ਹੁੰਦੀ, ਕਿਉਂਕਿ ਮਨ ਦੇ ਕੋਲ ਆ ਗਏ ਤੁਸੀਂ, ਸਰੀਰ ਦੇ ਕੋਲ ਆ ਗਏ, ਅਤੇ ਅੰਦਰ 'ਤੇ ਪ੍ਰੋਬਲਮਾਂ ਸਮੱਸਿਆਵਾਂ ਭਰੀਆਂ ਹੋਈਆਂ ਹਨ, ਵਿਚਾਰ। ਅਤੇ ਵਿਚਾਰ ਵੀ ਅਗਰ ਘੱਟ ਜਾਣ, ਫਿਰ ਵੀ ਜਿਹੜੀ ਸਰੀਰਕ ਸਮੱਸਿਆ ਹੈ ਉਹਦੇ ਕਰਕੇ ਤੇ ਆ ਹੀ ਰਹੇ ਹਨ ਵੀ ਸਰੀਰ ਠੀਕ ਹੋਵੇ। ਫਿਰ ਜਿੰਨਾ ਸਰੀਰ 'ਤੇ ਧਿਆਨ ਜਾਂਦਾ ਹੈ, ਮੇਰਾ ਸਰੀਰ ਕਮਜ਼ੋਰ ਹੁੰਦਾ ਜਾਂਦਾ, ਮੇਰੇ ਸਰੀਰ ਨੂੰ ਬਿਮਾਰੀ ਲੱਗ ਰਹੀ ਹੈ। ਅਤੇ ਆਪਾਂ ਦਰਅਸਲ ਸਰੀਰ ਨੂੰ ਹੀ ਆਪਣਾ ਆਪ ਸਮਝਦੇ ਹਾਂ। ਜਿਵੇਂ ਭੁੱਖ ਲੱਗ ਜਾਂਦੀ, ਆਪਾਂ ਕਹਿੰਦੇ ਮੈਨੂੰ ਭੁੱਖ ਲੱਗੀ। ਆਪਾਂ ਤਾਂ ਇਹ ਕਹਿੰਦੇ ਨਹੀਂ ਹਾਂ ਵੀ ਸਰੀਰ ਨੂੰ ਭੁੱਖ ਲੱਗੀ, ਨਹੀਂ, ਮੈਨੂੰ ਭੁੱਖ ਲੱਗੀ, ਮੈਂ ਦੁਖੀ, ਮੈਂ ਪਰੇਸ਼ਾਨ, ਮੈਨੂੰ ਬਿਮਾਰੀ ਲੱਗ ਗਈ, ਮੈਨੂੰ ਰੋਗ ਲੱਗ ਗਿਆ। ਉਹ ਮੈਂ ਸ਼ਬਦ ਦਾ ਉਪਯੋਗ ਸਰੀਰ ਵਾਸਤੇ ਕਰਦੇ, ਅਤੇ ਸਰੀਰ ਨੂੰ ਹੀ ਆਪਣਾ ਆਪਾਂ ਸਮਝਦੇ। ਅਤੇ ਫਿਰ ਜਦੋਂ ਸਰੀਰ ਬਿਮਾਰ ਹੋ ਗਿਆ, ਤਾਂ ਫਿਰ ਆਪਾਂ ਨੂੰ ਖਿਆਲ ਆਉਂਦਾ ਹੈ ਵੀ ਸਰੀਰ ਤਾਂ ਹੁਣ ਜੇ ਬਿਮਾਰ ਹੋ ਗਿਆ ਤਾਂ ਮਰਨ ਵੱਲ ਨੂੰ ਵੀ ਜਾ ਰਿਹਾ ਹੈ, ਅਤੇ ਡਰ ਲੱਗਦਾ ਹੈ। ਤਾਂ ਸਰੀਰ ਨੂੰ ਬਚਾਉਣ ਦੀ ਆਦਮੀ ਕੋਸ਼ਿਸ਼ ਕਰਦਾ ਹੈ। ਕਈ ਤਾਂ ਬਹੁਤ ਚਿੰਤਾਤੁਰ ਹੁੰਦੇ ਹਨ ਸਰੀਰ ਵਾਸਤੇ। ਛੋਟੀ ਜਿਹੀ ਵੀ ਬਿਮਾਰੀ ਆ ਜਾਵੇ ਨਾ ਉਹਨਾਂ ਨੂੰ, ਤਾਂ ਇੱਕਦਮ ਘਬਰਾ ਜਾਂਦੇ ਹਨ, ਫਟਾਫਟ ਇਹਦਾ ਇਲਾਜ ਹੋ ਜਾਣਾ ਚਾਹੀਦਾ ਹੈ। ਕਈ ਬਿਮਾਰੀ ਦਾ ਕਰਕੇ ਨਹੀਂ ਮਰਦੇ ਹਨ, ਘਬਰਾਹਟ ਕਰਕੇ ਮਰ ਜਾਂਦੇ ਹਨ। ਜਿਵੇਂ ਅਜੋਕੇ ਸਮੇਂ 'ਚ ਬਿਮਾਰੀ ਫੈਲੀ ਹੈ ਨਾ, ਕਰੋਨਾ ਵਾਇਰਸ, ਅਤੇ ਕਈ ਘਬਰਾਹਟ ਦਾ ਕਰਕੇ ਹੀ ਮਰ ਜਾਂਦੇ ਹਨ ਵੀ ਮੈਨੂੰ ਲੱਗ ਗਈ ਬਿਮਾਰੀ, ਬਸ ਹੁਣ ਨਹੀਂ ਮੈਂ ਬਚਣਾ। ਅਤੇ ਆਦਮੀ ਘਬਰਾ ਜਾਂਦਾ ਹੈ ਸਰੀਰ ਨੂੰ ਬਿਮਾਰੀ ਲੱਗੇ। ਅਤੇ ਵਾਸਤਵਿਕ ਦੇ ਵਿੱਚ ਸਰੀਰ ਤੁਸੀਂ ਨਹੀਂ ਹੋ। ਅਗਰ ਤੁਸੀਂ ਇਹ ਖਿਆਲ ਕਰੋਗੇ ਨਾ, ਤਾਂ ਤੁਹਾਡਾ ਧਿਆਨ ਸਰੀਰ ਨਾਲੋਂ ਹਟੂਗਾ। ਜਿਵੇਂ ਸੰਸਾਰ ਤੁਸੀਂ ਨਹੀਂ ਹੋ, ਆਲੇ ਦੁਆਲੇ ਜੋ ਵੀ ਤੁਹਾਡੇ ਹੈ, ਇਹ ਤੁਸੀਂ ਥੋੜ੍ਹੀ ਹੋ। ਇਹ ਤਾਂ ਸਿਰਫ ਜਿਵੇਂ ਇਕੱਠੇ ਹੋਏ ਧਰਮਸ਼ਾਲਾ ਦੇ ਵਿੱਚ 4 ਦਿਵਸ ਕਾ ਪਾਹੁਣਾ ਕਾਜ ਸਵਾਰਨ, ਸਾਰੇ ਇਕੱਠੇ ਹੋ ਗਏ 4 ਦਿਨ ਵਾਸਤੇ, 4 ਦਿਨਾਂ ਦਾ ਮੇਲਾ। ਅਤੇ ਆਪਣੇ ਨਹੀਂ ਹਨ। ਇਵੇਂ ਹੀ ਤੁਹਾਡਾ ਸਰੀਰ ਵੀ ਆਪਣਾ ਨਹੀਂ ਹੈ। ਸਰੀਰ ਨੂੰ ਰੱਥ ਕਿਹਾ ਹੈ, ਅਤੇ ਸਰੀਰ ਰੱਥ ਦੀ ਤਰ੍ਹਾਂ ਹੈ ਵੀ। ਸਰੀਰ ਦੁਆਰਾ ਯਾਤਰਾ ਕਰਨੀ ਹੈ ਸੰਸਾਰ ਦੀ। ਜਿਵੇਂ ਆਪਾਂ ਨੂੰ ਕੋਈ ਕਾਰ ਦੇ ਦੇਵੇ ਯਾਤਰਾ ਕਰਨ ਵਾਸਤੇ, ਅਤੇ ਕਾਰ ਦੀ ਆਪਾਂ ਦੇਖਭਾਲ ਕਰਾਂਗੇ, ਕਿਉਂਕਿ ਯਾਤਰਾ ਕਰਨੀ ਹੈ, ਉਹਦੀ ਸਰਵਿਸ ਵੀ ਟਾਈਮ 'ਤੇ ਸਿਰ ਕਰਾਵਾਂਗੇ, ਤੇਲ ਵੀ ਪਾਵਾਂਗੇ, ਤਾਂ ਹੀ ਯਾਤਰਾ ਕਰ ਸਕਦੇ ਹਨ। ਪਰ ਕਾਰ ਹੀ ਆਪਾਂ ਥੋੜ੍ਹੀ ਹਾਂ, ਆਪਾਂ ਕਹਿੰਦੇ ਥੋੜ੍ਹੀ ਹਾਂ ਮੈਂ ਕਾਰ ਹਾਂ। ਇਵੇਂ ਹੀ ਸਰੀਰ ਹੈ, ਸੰਸਾਰ ਦੀ ਯਾਤਰਾ ਕਰਨ ਵਾਸਤੇ ਬਣਿਆ ਹੋਇਆ।
ਇਹਦੀ ਦੇਖਭਾਲ ਕਰਨੀ, ਖਿਆਲ ਰੱਖਣਾ। ਪਰ ਆਪਾਂ ਸਰੀਰ ਥੋੜ੍ਹੇ ਹਾਂ। ਮੇਰਾ ਸਰੀਰ ਹੈ, ਮੈਂ ਸਰੀਰ ਨਹੀਂ ਹੈ। ਮੈਨੂੰ ਸਰੀਰ ਨਾਲੋਂ ਤੋੜ ਲਓ। ਖਿਆਲ ਵਿੱਚ ਰੱਖੋ, ਅਗਰ ਮੈਨੂੰ ਸਰੀਰ ਨਾਲੋਂ ਤੋੜ ਲਵੋਗੇ ਨਾ ਤਾਂ ਤੁਸੀਂ ਸਰੀਰ ਨਾਲੋਂ ਜੁਦਾ ਮਹਿਸੂਸ ਵੀ ਕਰੋਗੇ। ਮੈਂ ਸਰੀਰ ਨਹੀਂ ਹਾਂ। ਫਿਰ ਇਸ ਰੱਥ ਦੀ ਬਾਗਡੋਰ ਜਿਵੇਂ ਕ੍ਰਿਸ਼ਨ ਨੂੰ ਦੇਤੀ ਸੀ ਅਰਜਨ ਨੇ ਆਪਣੇ ਰੱਥ ਦੀ ਬਾਗਡੋਰ, ਪ੍ਰਤੀਕ ਹੈ ਕਹਾਣੀ। ਇਵੇਂ ਹੀ ਤੁਸੀਂ ਪਰਮਾਤਮਾ ਨੂੰ ਦੇ ਦਿਓ ਵੀ ਤੇਰਾ ਸਰੀਰ ਹੈ ਅਤੇ ਤੂੰ ਜਿਵੇਂ ਚਲਾਉਣਾ ਚਾਹਵੇਂ ਤਿਵੇਂ ਚਲਾ। ਅਤੇ ਫਿਰ ਤੁਸੀਂ ਰੱਥ ਦੇ ਵਿੱਚ ਬਹੋਗੇ ਜਿਵੇਂ ਅਰਜਨ ਬੈਠਾ ਸੀ ਨਾ। ਉਹਨੂੰ ਕੋਈ ਚਿੰਤਾ ਨਹੀਂ, ਭਗਵਾਨ ਦੇ ਹੱਥ ਦੇ ਵਿੱਚ ਬਾਗਡੋਰ ਹੈ, ਉਹ ਜਿੱਥੇ ਮਰਜ਼ੀ ਲੈ ਜਾਵੇ। ਹੁਣ ਉਹਦੇ ਹੱਥ ਦੇ ਵਿੱਚ ਦੇ ਦਿੱਤੀ ਇਹ ਰੱਥ ਦੀ ਡੋਰ, ਹੁਣ ਜਿੱਧਰ ਮਰਜ਼ੀ ਲੈ ਜਾਵੇ। ਇਵੇਂ ਹੀ ਅਗਰ ਤੁਸੀਂ ਵੀ ਇਹ ਕਰ ਸਕੋ ਵੀ ਪਰਮਾਤਮਾ ਦੇ ਹੱਥ ਦੇ ਵਿੱਚ ਡੋਰ ਹੈ, ਅਤੇ ਹੈ ਵੀ। ਸਿਰਫ ਤੁਸੀਂ ਖਿਆਲ ਕਰਕੇ ਹੀ ਫਸ ਰਹੇ ਹੋ, ਖਿਆਲ ਕਰਕੇ ਹੀ ਪਰੇਸ਼ਾਨ ਹੋ ਰਹੇ ਹੋ, ਖਿਆਲ ਕਰਕੇ ਹੀ ਦੁਖੀ ਹੋ ਰਹੇ ਹੋ। ਮੇਰਾ ਸਰੀਰ ਬਿਮਾਰ ਹੋ ਗਿਆ, ਮੈਂ ਕਿਵੇਂ ਠੀਕ ਹੋ ਜਾਊਂਗਾ, ਮੈਂ ਮਰ ਜਾਊਂਗਾ, ਮੇਰਾ ਕੀ ਹੋਊ। ਬਸ ਉਹ ਖਿਆਲ ਕਰ ਕਰਕੇ ਤੁਸੀਂ ਸਰੀਰ ਦੇ ਨਾਲ ਜੁੜਦੇ ਜਾਂਦੇ ਹੋ। ਤੁਸੀਂ ਸੋਚਦੇ ਹੋ ਵੀ ਅਸੀਂ ਠੀਕ ਰੱਖਣਾ ਹੈ, ਅਸੀਂ ਜਿੰਦੇ ਰਹਿਣਾ ਹੈ, ਸਾਡਾ ਜੀਵਨ ਹੈ, ਅਸੀਂ ਸਰੀਰ ਨੂੰ ਨਿਰੋਗੀ ਰੱਖਣਾ ਹੈ। ਇਹੋ ਕੋਸ਼ਿਸ਼ ਕਰਦੇ ਹਾਂ ਵੱਧ ਤੋਂ ਵੱਧ ਜੀਣਾ ਹੈ। ਸਾਧੂ ਮਹਾਤਮਾ ਵੀ ਇਸੇ ਕੰਮ 'ਚ ਹੀ ਲੱਗੇ ਰਹਿੰਦੇ ਹਨ, ਬੜੇ ਯੋਗਾ ਜਾਗਾ ਕਰਦੇ ਰਹਿੰਦੇ ਹਨ ਵੀ ਸਰੀਰ ਸਵਸਥ ਰਹੇ, ਲੰਬਾ ਜੀਏ। ਲੰਬਾਈ ਵਿੱਚ ਜੀਣਾ ਨਹੀਂ ਹੈ, ਵੈਸੇ ਦਰਅਸਲ ਗਹਿਰਾਈ ਦੇ ਵਿੱਚ, ਵਾਸਤਵਿਕ ਦੇ ਵਿੱਚ ਜੀਣਾ ਹੈ। ਜਿਹੜਾ ਗਹਿਰਾ ਜੀ ਲੈਂਦਾ ਹੈ ਨਾ, ਉਹਦਾ ਹੀ ਜੀਵਨ। ਲੰਬੇ ਤਾਂ ਬਹੁਤ ਜੀਂਦੇ ਹਨ, ਕਈ ਜਾਨਵਰ ਹਜ਼ਾਰਾਂ ਸਾਲ ਜੀ ਲੈਂਦੇ ਹਨ, ਪਰ ਜੀਵਨ ਥੋੜ੍ਹੀ। ਗਹਿਰਾਈ ਦੇ ਵਿੱਚ ਜੀਵਨ ਉਦੋਂ ਹੀ ਹੋਵੇਗਾ ਜਦੋਂ ਤੁਸੀਂ ਇਸ ਸਰੀਰ ਨੂੰ ਪਰਮਾਤਮਾ ਦੇ ਹਵਾਲੇ ਕਰ ਦਿਓ।